ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਆਪਣੇ YouTube ਚੈਨਲ GK ਅਕੈਡਮੀ ਪੰਜਾਬ 'ਤੇ। ਦੋਸਤੋ, ਅੱਜ ਦੀ ਆਪਣੀ ਵੀਡੀਓ ਦਾ ਵਿਸ਼ਾ ਹੈ ਜਿਹਦੇ ਵਿੱਚ ਕਿ ਆਉਣ ਵਾਲੇ ਪੰਜਾਬ ਦੇ PSSB ਕਲਰਕ ਜਿਹੜਾ ਕਿ 16 ਜੁਲਾਈ ਨੂੰ ਪੇਪਰ ਹੋਣਾ ਵਾ, ਐਡਵਰਟਾਈਜ਼ਮੈਂਟ ਨੰਬਰ 15/2022 ਦਾ ਇੱਕ ਉਹਦੇ ਰਿਗਾਰਡਿੰਗ ਤੇ ਇੱਕ ਪੰਜਾਬ ਪੁਲਿਸ ਕਾਂਸਟੇਬਲ ਜਿਹੜਾ ਕਿ ਜੁਲਾਈ ਜਾਂ ਅਗਸਤ ਦੇ ਵਿੱਚ ਹੋਣ ਦੀ ਸੰਭਾਵਨਾ ਹੈ ਕਾਂਸਟੇਬਲ ਦੇ ਪੇਪਰ ਦੀ। ਸੋ ਇਹਨਾਂ ਦੋਵਾਂ ਪੇਪਰਾਂ ਲਈ ਆਪਣੇ ਚੈਨਲ GK ਅਕੈਡਮੀ ਪੰਜਾਬ ਦੇ ਉੱਤੇ, ਜਿੱਦਾਂ ਕਿ ਆਪਾਂ ਤੁਹਾਨੂੰ ਟੈਲੀਗ੍ਰਾਮ ਤੇ ਪਹਿਲਾਂ ਹੀ ਦੱਸਿਆ ਸੀ ਕਿ ਆਪਾਂ ਇਹਦੇ ਰਿਗਾਰਡਿੰਗ ਇੱਕ 100 MCQ ਦੀ ਸੀਰੀਜ਼ ਲੈ ਕੇ ਆ ਰਹੇ ਹਾਂ, ਜਿਹਦੇ ਵਿੱਚ ਕਿ ਆਪਾਂ ਮੋਸਟ ਇੰਪੋਰਟੈਂਟ ਕਰੰਟ ਅਫੇਅਰ ਨੂੰ ਸਟੈਟਿਕ ਦੇ ਨਾਲ ਲਿੰਕ ਕਰਕੇ ਕਰਾਂਗੇ। ਹੁਣ ਜੀ ਇਹਦਾ ਫਾਇਦਾ ਕੀ ਤੁਹਾਨੂੰ ਹੋਏਗਾ? ਮੋਸਟਲੀ ਤੁਸੀਂ ਸਟੈਟਿਕ GK ਅਲੱਗ ਪੜ੍ਹਦੇ ਹੋ ਅਤੇ ਕਰੰਟ ਅਫੇਅਰਸ ਅਲੱਗ ਪੜ੍ਹਦੇ ਹੋ, ਪਰ ਇਹਦੇ ਵਿੱਚ ਆਪਾਂ ਕੀ ਕਰਾਂਗੇ ਕਿ ਜਿੱਦਾਂ ਤੁਸੀਂ ਲਗਾ ਲਓ ਕਿ ਸਟੈਟਿਕ GK ਦਾ ਸਬਜੈਕਟ ਉਹ ਹਮੇਸ਼ਾ ਅਲੱਗ ਪੜ੍ਹਿਆ ਜਾਂਦਾ ਵਾ ਵੈਸੇ, ਠੀਕ ਆ, ਪਰ ਆਪਾਂ ਕੀ ਕਰਾਂਗੇ ਜੀ, ਕਰੰਟ ਅਫੇਅਰਸ ਜਦੋਂ ਆਏਗੇ, ਕਰੰਟ ਅਫੇਅਰਸ ਦੇ ਜਿੰਨੇ ਵੀ ਆਪਣੇ ਲਾਸਟ 7-8 ਮਹੀਨਿਆਂ ਦੇ ਮੋਸਟ ਇੰਪੋਰਟੈਂਟ ਕਰੰਟ ਅਫੇਅਰ ਆਏ ਨੇ, ਚਾਹੇ ਸਪੋਰਟਸ ਦੇ ਨੇ, ਚਾਹੇ ਸਿਨੇਮਾ ਦੇ ਨੇ, ਚਾਹੇ ਉਹ ਪੋਲਿਟੀ ਦੇ ਵਿੱਚੋਂ ਪੁੱਛੇ ਗਏ ਨੇ, ਚਾਹੇ ਉਹ ਕਿਸੇ ਵੀ ਟੌਪਿਕ ਦੇ ਨੇ ਜਿਹੜੇ ਮੋਸਟ ਇੰਪੋਰਟੈਂਟ, ਜਿਹੜੇ ਕਿ ਜ਼ਿਆਦਾਤਰ ਪੇਪਰਾਂ ਦੇ ਵਿੱਚ ਰਿਪੀਟ ਹੁੰਦੇ ਨੇ, ਉਹਨਾਂ ਨੂੰ ਆਪਾਂ ਸਟੈਟਿਕ ਦੇ ਨਾਲ ਲਿੰਕ ਕਰਕੇ ਪੜ੍ਹਾਂਗੇ। ਮਤਲਬ ਕਿ ਉਹਨੂੰ ਐਕਸਪਲੇਨੇਸ਼ਨ ਦੇ ਨਾਲ ਪੜ੍ਹਾਂਗੇ, ਜਿੱਦਾਂ ਕਿ ਇੱਕ ਕੁਐਸਚਨ ਹੋਇਆ ਉਹਦੇ ਨਾਲ ਤੁਹਾਨੂੰ 1-2 ਕੁਐਸਚਨ ਕਰੰਟ ਅਫੇਅਰ ਦੇ ਹੋਰ ਕਵਰ ਹੋ ਜਾਣਗੇ ਅਤੇ 1-2 ਕੁਐਸਚਨ ਤੁਹਾਡੇ ਸਟੈਟਿਕ GK ਦੇ ਪੁਰਾਣੇ ਤੁਹਾਡੇ ਰਿਵਾਈਜ਼ ਹੋ ਜਾਣਗੇ। ਹੁਣ ਮੋਸਟਲੀ ਪੇਪਰਾਂ ਦੇ ਵਿੱਚ ਇਹੀ ਚੀਜ਼ ਹੋ ਰਹੀ ਆ ਕਿ PSSB ਦੀ, ਚਾਹੇ ਆਪਾਂ ਕਲਰਕ ਦਾ ਪੇਪਰ ਚੱਕ ਲਈਏ, ਚਾਹੇ ਆਪਾਂ ਪੁਰਾਣੇ ਪਟਵਾਰੀ ਦਾ ਪੇਪਰ ਲੈ ਲਈਏ, ਚਾਹੇ ਆਪਾਂ ਐਗਜ਼ਾਈਜ਼ ਇੰਸਪੈਕਟਰ ਦਾ ਪੇਪਰ ਲੈ ਲਈਏ, ਚਾਹੇ ਫੋਰੈਸਟ ਗਾਰਡ ਦਾ ਪੇਪਰ ਲੈ ਕੇ ਦੇਖ ਲਓ, ਉਹਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਕੁਐਸਚਨ ਇਹੋ ਜਿਹੇ ਸੀ ਜਿਹੜੇ ਕਿ ਆਪਾਂ ਨੂੰ ਲੱਗਦੇ ਆ ਕਿ ਹਾਂਜੀ ਉਹ ਪੁਰਾਣੇ ਕਰੰਟ ਅਫੇਅਰਸ ਆਏ ਨੇ, ਹੈ ਨਾ, ਜਾਂ ਬਹੁਤ ਜ਼ਿਆਦਾ ਪੁਰਾਣਾ ਉਹਨਾਂ ਨੇ ਪੁੱਛ ਲਿਆ ਹੋਇਆ, ਬਟ ਐਕਚੁਅਲ ਦੇ ਵਿੱਚ ਉਹ ਉਹਨਾਂ ਨੇ ਰਿਲੇਟ ਕਰਕੇ ਪੁੱਛਿਆ ਹੋਇਆ। ਜਿਹੜੀ ਚੀਜ਼ ਨਿਊਜ਼ ਦੇ ਵਿੱਚ ਹੁੰਦੀ ਆ, ਮੋਸਟਲੀ ਰੀਸੈਂਟਲੀ ਨਿਊਜ਼ ਦੇ ਵਿੱਚ ਹੁੰਦੀ ਆ, ਉਹ ਚੀਜ਼ ਹੀ ਉਹ ਸਟੈਟਿਕ ਦੇ ਵਿੱਚ ਵੀ ਪੁੱਛ ਸਕਦੇ ਨੇ। ਜ਼ਰੂਰੀ ਨਹੀਂ ਹੁੰਦਾ ਕਿ ਅੱਜ ਉਹਨਾਂ ਨੇ ਇੰਟਰਨੈਸ਼ਨਲ ਬੁੱਕਰ ਪ੍ਰਾਈਜ਼ ਅਨਾਊਂਸ ਹੋਇਆ, ਤੁਸੀਂ 2023 ਵਾਲਾ ਪੜ੍ਹ ਕੇ ਚਲੇ ਗਏ, ਬਟ ਉਹ ਪੇਪਰ ਦੇ ਵਿੱਚ ਕੀ ਪੁੱਛ ਲੈਣਗੇ, ਤੁਹਾਨੂੰ ਪਹਿਲਾ ਬੁੱਕਰ ਪ੍ਰਾਈਜ਼ ਕਿਹਨੂੰ ਮਿਲਿਆ ਸੀ, ਜਾਂ ਪਹਿਲਾ ਬੁੱਕਰ ਪ੍ਰਾਈਜ਼ ਦੇ ਵਿੱਚ, ਇੰਟਰਨੈਸ਼ਨਲ ਬੁੱਕਰ ਪ੍ਰਾਈਜ਼ ਦੇ ਵਿੱਚ ਮਹਿਲਾ ਕੌਣ ਸੀ ਭਾਰਤੀ ਜਿਹਨੂੰ ਇੰਟਰਨੈਸ਼ਨਲ ਬੁੱਕਰ ਪ੍ਰਾਈਜ਼ ਮਿਲਿਆ ਸੀ। ਇਸੇ ਤਰ੍ਹਾਂ ਸਪੋਰਟਸ ਦੇ ਵਿੱਚ ਹੁੰਦਾ ਕਿ ਸਪੋਰਟਸ ਦੇ ਵਿੱਚ ਇਹਨਾਂ ਨੇ ਦੇਖੋ ਅਲੱਗ ਤੋਂ ਇੱਕ ਟੌਪਿਕ ਦਿੱਤਾ ਹੋਇਆ, ਸਪੋਰਟਸ, ਸਿਨੇਮਾ ਐਂਡ ਲਿਟਰੇਚਰ। ਇਹਦੇ ਵਿੱਚ ਵੀ ਸੇਮ ਟੂ ਸੇਮ ਇਹੀ ਚੀਜ਼ ਹੁੰਦੀ ਹੈ। ਆਹ 2 ਟੌਪਿਕ ਨੇ ਨਾ ਜਿਹੜੇ, ਇਹ ਤੁਸੀਂ ਕਰੰਟ ਅਫੇਅਰ ਤੇ ਸਟੈਟਿਕ ਨੂੰ ਲਿੰਕ ਕਰਕੇ ਬਹੁਤ ਵਧੀਆ ਤਰੀਕੇ ਨਾਲ ਆਹ 3 ਟੌਪਿਕ ਪੜ੍ਹ ਸਕਦੇ ਹੋ, ਸਪੋਰਟਸ, ਸਿਨੇਮਾ ਤੇ ਲਿਟਰੇਚਰ, ਕਿਉਂਕਿ ਇਹਨਾਂ ਦੇ ਵਿੱਚ ਜ਼ਿਆਦਾਤਰ ਕੁਐਸਚਨ, ਜਿੱਦਾਂ ਕਿ ਹੁਣੇ ਰੀਸੈਂਟਲੀ ਕੋਈ ਵੀ ਇਵੈਂਟ ਹੋ ਗਿਆ, ਉਹਨੂੰ ਤੁਸੀਂ ਕਰੰਟ ਅਫੇਅਰ ਨੂੰ ਸਟੈਟਿਕ ਦੇ ਨਾਲ ਲਿੰਕ ਕਰਕੇ ਜਦੋਂ ਪੜ੍ਹੋਗੇ ਤਾਂ ਤੁਹਾਨੂੰ ਅਲੱਗ ਤੋਂ ਇਹ ਟੌਪਿਕ ਨਹੀਂ ਪੜ੍ਹਨੇ ਪੈਣਗੇ, ਕਿਉਂਕਿ ਇਹਦੇ ਨਾਲ ਵਿੱਚੋਂ ਹੀ ਕੁਐਸਚਨ ਜ਼ਿਆਦਾਤਰ ਪੇਪਰ ਦੇ ਵਿੱਚ ਪੁੱਛੇ ਜਾਂਦੇ ਨੇ। ਬਾਕੀ ਤੁਸੀਂ ਦੇਖੋਗੇ ਕਿ ਪੋਲਿਟੀ ਇਸ਼ੂ ਦਾ ਜਿਹੜਾ ਵੇਟੇਜ ਹੁੰਦਾ ਹੈ ਨਾ, ਤੇ ਨਾਲ ਆਪਾਂ ਇਸੇ ਤਰ੍ਹਾਂ ਮੈਂ ਸੇਮ ਸਾਇੰਸ ਐਂਡ ਟੈਕਨੋਲੋਜੀ ਨੂੰ ਕਹਾਂਗਾ ਕਿ ਸਾਇੰਸ ਐਂਡ ਟੈਕਨੋਲੋਜੀ ਦੇ ਵਿੱਚ ਵੀ ਉਹ ਕੀ ਕਰਦੇ ਨੇ, ਰੀਸੈਂਟਲੀ ਹੋਇਆ ਕੋਈ ਵੀ ਇਵੈਂਟ, ਉਹਦਾ ਸਟੈਟਿਕ ਫੈਕਟ ਵੀ ਪੁੱਛ ਸਕਦੇ ਨੇ, ਜਾਂ ਉਹਨੂੰ ਕਰੰਟ ਅਫੇਅਰ ਤਾਂ ਉਹ ਪੁੱਛਣਗੇ ਹੀ ਪੁੱਛਣਗੇ ਵਿੱਚ। ਸੋ ਇਹ ਵਾਲੇ ਜਿਹੜੇ ਟੌਪਿਕ ਨੇ ਨਾ, ਇਹ ਵਾਲੇ 1, 2, 3, 4, ਇਹ 4 ਟੌਪਿਕ ਜੋ ਕੁਐਸਚਨ ਪੱਕਾ PSSB ਦੇ ਪੇਪਰਾਂ ਦੇ ਵਿੱਚ ਆਉਂਦੇ ਨੇ ਤੇ ਆਉਂਦੇ ਰਹਿਣਗੇ। ਪਿੱਛੇ ਵੀ ਤੁਸੀਂ ਦੇਖੋਗੇ ਇਹਦੇ ਚੋਂ ਕੁਐਸਚਨ ਆਉਂਦੇ ਨੇ, ਤਾਂ ਇਹਨਾਂ ਨੂੰ ਤੁਸੀਂ ਸਟੈਟਿਕ GK ਤੇ ਕਰੰਟ ਅਫੇਅਰ ਨਾਲ ਲਿੰਕ ਕਰਕੇ ਪੜ੍ਹਨਾ ਵਾ। ਹੁਣ ਮੋਸਟਲੀ ਨੈਕਸਟ ਆਪਣਾ ਕਿਹੜਾ ਵਾ ਜੀ, ਨੈਕਸਟ ਪੋਲਿਟੀ ਇਸ਼ੂ ਮੈਂ ਤੁਹਾਨੂੰ ਬਹੁਤ ਡਿਟੇਲ ਦੇ ਵਿੱਚ ਕਰਵਾਇਆ ਹੋਇਆ ਵਾ, ਹੈ ਨਾ, ਪੂਰੀ ਆਪਣੀਆਂ 25, 26, 27 ਕਲਾਸਾਂ ਆਪਣੀਆਂ YouTube ਤੇ ਕਰਵਾਈਆਂ ਹੋਈਆਂ, ਉਹਨੂੰ ਤੁਸੀਂ ਕਰੋ ਤਾਂ ਹੀ ਤੁਹਾਡੇ ਕੁਐਸਚਨ ਹੱਲ ਹੋਣਗੇ। ਜਿਵੇਂ ਐਗਜ਼ਾਈਜ਼ ਇੰਸਪੈਕਟਰ ਦੇ ਵਿੱਚ ਕੁਝ ਕੁਐਸਚਨ ਪੋਲਿਟੀ ਦੇ ਪਾਏ ਹੋਏ ਸੀ, ਪਰ ਉਹ ਤੁਹਾਡੇ ਤਾਂ ਹੀ ਨਿਕਲ ਰਹੇ ਹੋਣਗੇ ਜੇਕਰ ਤੁਸੀਂ ਵਧੀਆ ਤਰੀਕੇ ਨਾਲ ਥਿਊਰੀ ਕੀਤੀ ਹੋਏਗੀ, ਹੈ ਨਾ। ਸੋ ਪੋਲਿਟੀ ਆਪਾਂ ਤੁਹਾਨੂੰ ਕਰਵਾਈ ਹੋਈ ਆ, ਠੀਕ ਆ। ਇਨਵਾਇਰਨਮੈਂਟ ਆਪਾਂ ਤੁਹਾਨੂੰ ਨਹੀਂ ਕਰਵਾਇਆ ਕਿਉਂਕਿ ਇਹਦੇ ਚੋਂ ਜ਼ਿਆਦਾ ਕੁਐਸਚਨ ਨਹੀਂ ਆਉਂਦੇ ਨੇ, 1-2 ਕੁਐਸਚਨ ਆ ਵੀ ਰਹੇ ਨੇ, ਪਰ ਉਹਦੇ ਲਈ ਤੁਹਾਨੂੰ ਬਹੁਤ ਡੀਪ ਸਟੱਡੀ ਕਰਨੀ ਪਏਗੀ। ਸੋ ਮੇਰੇ ਅਕੋਰਡਿੰਗ ਇਹਨੂੰ ਕਰਨ ਦਾ ਇਸੇ ਲਈ ਆਪਾਂ ਤੁਹਾਨੂੰ ਇਹ ਨਹੀਂ ਕਰਵਾਇਆ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਟਾਈਮ ਤੁਹਾਡਾ ਵੇਸਟ ਹੋਏਗਾ, ਠੀਕ ਆ। ਸੋ ਨੈਕਸਟ ਕਰੰਟ ਅਫੇਅਰ ਆਪਾਂ ਤੁਹਾਨੂੰ ਬਹੁਤ ਡਿਟੇਲ ਦੇ ਵਿੱਚ, ਪੂਰੀ ਡਿਟੇਲ ਦੇ ਵਿੱਚ ਕਰਵਾਏ ਹੋਏ ਕਰੰਟ ਅਫੇਅਰਸ ਨੇ। ਇਹਦੇ ਵਿੱਚ ਆਪਾਂ ਟੌਪ ਮੰਥਲੀ 1 ਜਨਵਰੀ 2022 ਤੋਂ ਲੈ ਕੇ 2022, ਠੀਕ ਹੈ ਜੀ, ਤੋਂ 31 ਦਸੰਬਰ 2022 ਤੱਕ ਆਪਾਂ ਤੁਹਾਨੂੰ PDF ਪ੍ਰੋਵਾਈਡ ਕੀਤੀ ਹੋਈ ਆ, ਬਹੁਤ ਵਧੀਆ। ਇਹਦੇ ਵਿੱਚ 1150 MCQ ਹੋਣਗੇ, ਇਹਨੂੰ ਤੁਸੀਂ ਕਰਨੇ ਸੌਖੇ ਵੀ ਨੇ, ਤੇ ਇਹਦੇ ਵਿੱਚੋਂ ਮੋਸਟਲੀ ਤੁਸੀਂ ਚੱਕ ਕੇ ਪੇਪਰ ਦੇਖ ਲਓ, ਕਰੰਟ ਅਫੇਅਰਸ ਇਹਦੇ ਵਿੱਚ ਰੈਗੂਲਰ 70 to 80% ਜਿੰਨੇ ਵੀ ਕਰੰਟ ਅਫੇਅਰ PSSB ਪੁੱਛ ਰਿਹਾ ਇਹਦੇ ਵਿੱਚੋਂ ਕਵਰ ਹੋ ਰਹੇ ਨੇ, ਠੀਕ ਆ। ਤੇ ਨੈਕਸਟ ਜਨਵਰੀ 2023 ਤੋਂ ਲੈ ਕੇ ਤੁਹਾਨੂੰ ਮਈ 2023 ਤੱਕ ਦੇ ਟੌਪ 400 ਕਰੰਟ ਅਫੇਅਰ ਪ੍ਰੋਵਾਈਡ ਕਰਵਾਏ ਹੋਏ। ਸੋ ਇੰਨੇ ਘੱਟ ਕਰੰਟ ਅਫੇਅਰ ਇਸੇ ਲਈ ਕੀਤੇ ਨੇ ਕਿ ਜਿਹੜੇ ਟੌਪ ਕਰੰਟ ਅਫੇਅਰ ਯਾਦ ਕਰਨੇ ਸੌਖੇ ਨੇ। ਵੈਸੇ ਮੋਸਟਲੀ 1 ਮਹੀਨੇ ਦੇ 300 ਕਰੰਟ ਅਫੇਅਰ ਹੋ ਜਾਂਦੇ ਨੇ ਜਿਹੜੇ ਤੁਹਾਡੇ ਲਈ ਯਾਦ ਕਰਨੇ ਬਹੁਤ ਔਖੇ ਨੇ, ਠੀਕ ਹੈ ਜੀ। ਸੋ ਇਹ ਤੁਸੀਂ ਕਰ ਲਓ। ਜੂਨ ਦੇ ਕਰੰਟ ਅਫੇਅਰ ਵੀ ਆਪਾਂ ਤੁਹਾਨੂੰ ਪੇਪਰ ਤੋਂ 16 ਜੁਲਾਈ ਦੇ ਪੇਪਰ ਤੋਂ ਪਹਿਲਾਂ ਤੁਹਾਨੂੰ PDF ਪ੍ਰੋਵਾਈਡ ਕਰ ਦਾਂਗੇ, ਠੀਕ ਹੈ ਜੀ। ਸੋ ਆ ਵੀ ਟੌਪਿਕ ਹੋ ਗਿਆ ਤੁਹਾਡਾ, ਆ ਵੀ ਟੌਪਿਕ ਆਪਾਂ ਕਰਦਾ। ਹੁਣ ਸਾਇੰਸ ਐਂਡ ਟੈਕਨੋਲੋਜੀ ਮੈਂ ਤੁਹਾਨੂੰ ਦੱਸਿਆ ਸੀ ਕਿ ਇਹਨੂੰ ਕਰੰਟ ਅਫੇਅਰ ਨੂੰ ਸਟੈਟਿਕ ਦੇ ਨਾਲ ਰਿਲੇਟ ਕਰਕੇ ਤੁਸੀਂ ਪੜ੍ਹੋਗੇ ਤਾਂ ਇਹਦੇ ਵਿੱਚ
ਵਿੱਚੋਂ 1-2 ਕੁਐਸਚਨ ਆਉਂਦੇ ਹੁੰਦੇ ਨੇ, ਉਹ ਤੁਹਾਡੇ ਉਹਦੇ ਵਿੱਚੋਂ ਹੀ ਕਵਰ ਹੋ ਜਾਂਦੇ ਨੇ, ਅਲੱਗ ਤੋਂ ਪੜ੍ਹਨ ਦੀ ਤੁਹਾਨੂੰ ਜ਼ਰੂਰਤ ਨਹੀਂ ਗਾ ਹੈ। ਠੀਕ ਹੈ ਜੀ, PSSB ਦੇ ਪੇਪਰ ਲਈ। ਤੇ ਇਕਨੋਮਿਕ ਇਸ਼ੂ ਦਾ ਟੌਪਿਕ ਵੈਸੇ ਆਪਾਂ ਨਹੀਂ ਕਰਵਾਇਆ, ਪਰ ਇਹਦੇ ਮੋਸਟ ਇੰਪੋਰਟੈਂਟ ਕੁਐਸਚਨ ਜਿੱਦਾਂ ਕਿ 5 ਈਅਰ ਪਲਾਨ ਨਾਲ ਰਿਲੇਟਡ ਕੋਈ ਕੁਐਸਚਨ ਆ ਜਾਂਦਾ ਵਾ, ਜਾਂ ਇਕਨੋਮਿਕ ਦੀਆਂ ਟਰਮਸ ਦੇ ਨਾਲ ਰਿਲੇਟਡ ਕੋਈ ਕੁਐਸਚਨ ਆ ਜਾਂਦਾ, ਉਹ ਜਿਹੇ ਆਪਾਂ ਥੋੜ੍ਹੇ ਬਹੁਤ ਕੁਐਸਚਨ ਤੁਹਾਨੂੰ ਕਰਵਾਏ ਹੋਏ ਨੇ, ਪਰ ਇਹਦੇ ਉੱਤੇ ਤੁਹਾਨੂੰ ਮਿਹਨਤ ਖੁਦ ਕਰਨੀ ਪਏਗੀ ਥੋੜ੍ਹੀ ਜਿਹੀ। ਠੀਕ ਹੈ ਜੀ, ਹੁਣ ਨੈਕਸਟ ਆ ਗਿਆ ਜੀ ਹਿਸਟਰੀ ਆਫ ਪੰਜਾਬ 14th ਸੈਂਚੁਰੀ ਔਨਵਰਡ। ਇਹ ਆਪਾਂ ਤੁਹਾਨੂੰ ਪੰਜਾਬ GK ਦੇ ਵਿੱਚ ਹੀ ਕਰਵਾਇਆ ਹੋਇਆ, ਇਹਦੇ ਵਿੱਚੋਂ ਹੀ ਕਵਰ ਹੋ ਰਿਹਾ ਤੁਹਾਡਾ। ਤੇ ਹਿਸਟਰੀ ਆਫ ਇੰਡੀਅਨ ਵਿਦ ਸਪੈਸ਼ਲ ਰੈਫਰੈਂਸ ਆਫ ਇੰਡੀਅਨ ਫਰੀਡਮ ਸਟਰਗਲ ਮੂਵਮੈਂਟ। ਬਹੁਤ ਜ਼ਿਆਦਾ ਕੁਐਸਚਨ ਇਹਦੇ ਵਿੱਚੋਂ ਪੁੱਛੇ ਜਾ ਰਹੇ ਨੇ PSSB ਦੇ ਪੇਪਰਾਂ ਦੇ ਵਿੱਚੋਂ, ਤੇ ਬਹੁਤ ਹੀ ਵਧੀਆ ਲੈਵਲ ਦੇ ਕੁਐਸਚਨ ਵੀ ਪੁੱਛੇ ਜਾ ਰਹੇ ਨੇ, ਸੌਖੇ ਵੀ ਪੁੱਛੇ ਜਾ ਰਹੇ ਨੇ। ਸੋ ਇਹਦੀ ਵੀ ਆਪਾਂ ਤੁਹਾਨੂੰ ਥਿਊਰੀ ਕਰਵਾਈ ਹੋਈ ਆ, ਤੇ ਥਿਊਰੀ ਕਰਕੇ ਉਹਦੇ MCQ ਕਰਾਂਗੇ ਤਾਂ ਬਹੁਤ ਜ਼ਿਆਦਾ ਤੁਹਾਨੂੰ ਫਾਇਦਾ ਹੋਊਗਾ। ਸੋ ਇਹ ਵੀ ਆਪਾਂ ਤੁਹਾਨੂੰ ਕਰਵਾਇਆ ਹੋਇਆ। ਤੇ ਸਪੋਰਟਸ ਦੇ ਕੁਐਸਚਨ ਤੇ ਸਿਨੇਮਾ ਲਿਟਰੇਚਰ ਬਾਰੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਕਰੰਟ ਅਫੇਅਰ ਨੂੰ ਸਟੈਟਿਕ ਦੇ ਨਾਲ ਰਿਲੇਟ ਕਰਕੇ ਕਰਨਾ ਵਾ। ਸੋ ਇਹ ਆਪਾਂ ਜਿਹੜੇ 100 ਕੁਐਸਚਨ ਲੈ ਕੇ ਆਵਾਂਗੇ, ਇਹਦੇ ਵਿੱਚ ਆਪਾਂ ਆਹ ਵਾਲਾ ਟੌਪਿਕ ਹੈ ਜਰਨਲ ਨੌਲੇਜ ਐਂਡ ਕਰੰਟ ਅਫੇਅਰਸ ਆਫ ਨੈਸ਼ਨਲ ਐਂਡ ਇੰਟਰਨੈਸ਼ਨਲ ਇੰਪੋਰਟੈਂਸ ਦੇ ਜਿਹੜੇ ਹੋਣਗੇ ਉਹ ਆਪਾਂ ਤੁਹਾਡੇ ਕਰਾਂਗੇ। 100 ਕੁਐਸਚਨ ਹੋਣਗੇ, ਲਾਸਟ 7-8-9 ਮਹੀਨਿਆਂ ਦੇ ਜਿਹੜੇ ਕੁਐਸਚਨ ਹੋਣਗੇ ਉਹਨੂੰ ਆਪਾਂ ਆਹ ਟੌਪਿਕ ਜਿੱਦਾਂ ਸਿਨੇਮਾ, ਸਪੋਰਟਸ, ਲਿਟਰੇਚਰ ਤੇ ਸਾਇੰਸ ਐਂਡ ਟੈਕ ਨੂੰ ਰਿਲੇਟ ਕਰਕੇ ਆਪਾਂ ਇਹਨਾਂ ਦੇ ਕੁਐਸਚਨ ਕਰਾਂਗੇ। ਠੀਕ ਆ, ਜਾਂ ਅਵਾਰਡ ਹੋ ਗਏ ਹੈ ਨਾ, ਅਵਾਰਡ ਦੇ ਵਿੱਚੋਂ ਵੀ ਬਹੁਤ ਕੁਐਸਚਨ ਆਉਂਦੇ ਨੇ, ਇੱਕ ਇਹ ਵੀ ਚੀਜ਼ ਨਾਲ ਐਡ ਕਰ ਲਿਓ। ਠੀਕ ਆ, ਅਵਾਰਡ ਐਂਡ ਆਨਰ ਦੇ ਵਿੱਚੋਂ ਕੁਐਸਚਨ ਪੁੱਛੇ ਜਾਂਦੇ ਨੇ ਸਟੈਟਿਕ ਨਾਲ ਕਰੰਟ ਨਾਲ, ਇਹ ਵੀ ਆਪਾਂ ਤੁਹਾਨੂੰ ਕਰਾਂਗੇ। ਠੀਕ ਹੈ ਜੀ, ਹੁਣ ਮੇਨ ਤਾਂ ਇਹੀ ਚੀਜ਼ ਆ ਜੀ, 100 ਦੇ ਵਿੱਚੋਂ 25 ਨੰਬਰ ਦੀ ਤੁਹਾਡੀ GK ਆ ਰਹੀ ਆ। ਜੇਕਰ ਇਹਦੇ 'ਚੋਂ ਤੁਸੀਂ ਵਧੀਆ ਸਕੋਰ ਕਰ ਗਏ ਹੈ ਨਾ, ਤੇ ਤੁਹਾਡਾ ਆਰਾਮ ਦੇ ਨਾਲ ਮੈਰਿਟ ਦੇ ਵਿੱਚ ਆਉਣ ਦੀ ਸੰਭਾਵਨਾ ਹੁੰਦੀ ਹੈ, ਕਿਉਂਕਿ ਬਾਕੀ ਸਾਰੇ ਸਬਜੈਕਟ ਤੁਸੀਂ ਆਰਾਮ ਦੇ ਨਾਲ ਹੈਂਡਲ ਕਰ ਰਹੇ ਹੋ, ਸਿਰਫ ਇਹਦੇ ਵਿੱਚ ਤੁਹਾਨੂੰ ਥੋੜੀ ਜਿਹੀ ਮੁਸ਼ਕਿਲ ਆ ਰਹੀ ਆ। ਹੁਣ ਨੈਕਸਟ ਆ ਗਿਆ ਜੀ ਪੰਜਾਬ ਹਿਸਟਰੀ ਤੇ ਕਲਚਰ। ਇਹਦੇ ਬਾਰੇ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਹੋਇਆ ਕਿ ਬਹੁਤ ਵਧੀਆ ਤਰੀਕੇ ਨਾਲ ਆਪਾਂ 16, 17, 15, 16 ਕਲਾਸਾਂ ਕਰਵਾਈਆਂ ਹੋਈਆਂ ਨੇ। ਤੁਸੀਂ ਪਹਿਲਾਂ ਪਲੀਜ਼ ਇਹਦੀ ਥਿਊਰੀ ਜ਼ਰੂਰ ਕਰੋ, ਕਿਉਂਕਿ ਜੇਕਰ ਤੁਸੀਂ ਥਿਊਰੀ ਨਹੀਂ ਕਰੋਗੇ ਤਾਂ ਤੁਹਾਡੇ ਲਈ ਹੁਣ ਅੱਜ ਦਾ ਜਿਹੜਾ ਲੈਵਲ ਵਿੱਚ ਦੀ 1-2 ਪੇਪਰਾਂ ਦੇ ਵਿੱਚ ਲੈਵਲ ਆ ਰਿਹਾ ਵਾ ਹੈ ਨਾ, ਪੇਪਰਾਂ ਦਾ ਵਿੱਚ GK ਦਾ, ਤਾਂ ਇਕੱਲੇ MCQ ਦੇ ਨਾਲ ਤੁਹਾਡਾ ਇਹਦੇ ਵਿੱਚੋਂ ਵਧੀਆ ਮਾਰਕਸ ਨਹੀਂ ਲੈ ਕੇ ਜਾ ਸਕਦੇ ਹੈ ਨਾ। ਸੋ ਇਹੀ ਚੀਜ਼ ਆ। ਸੋ ਇਹਦੇ ਵਿੱਚ ਆਪਾਂ ਤੁਹਾਨੂੰ ਸਾਰਾ ਬਹੁਤ ਚੰਗੀ ਤਰ੍ਹਾਂ ਕਰਵਾਇਆ ਹੋਇਆ। ਇਹ ਸਾਰੇ ਆਪਾਂ ਸਿੱਖ ਰੂਲਰਸ ਹੋ ਗਏ ਹੈ ਨਾ, ਫਰੀਡਮ ਮੂਵਮੈਂਟਸ ਆਫ ਪੰਜਾਬ ਹੋ ਗਈਆਂ, ਜਾਂ ਬਾਕੀ ਜਿੰਨੇ ਵੀ ਟੌਪਿਕ ਇਹਦੇ 'ਚ ਆਪਾਂ ਤੁਹਾਨੂੰ ਕਰਵਾਇਆ ਹੋਇਆ। ਇਹਦੇ ਲਈ ਤੁਹਾਨੂੰ ਅਲੱਗ ਤੋਂ ਹੋਰ ਕੁਝ ਵੀ ਪੜ੍ਹਨ ਦੀ ਜ਼ਰੂਰਤ ਨਹੀਂ ਹੈਗੀ। ਠੀਕ ਆ, ਸੋ ਆਪਾਂ ਨਾਲ ਹੀ MCQ 2000 ਦੇ ਨੇੜੇ ਤੇੜਾ MCQ ਆਪਾਂ ਤੁਹਾਨੂੰ ਟੈਲੀਗ੍ਰਾਮ ਤੇ ਕਰਵਾ ਚੁੱਕੇ ਹਾਂ ਫ੍ਰੀ ਦੇ ਵਿੱਚ, ਜਿਹੜੇ ਟੈਸਟ ਦੇ ਰੂਪ ਦੇ ਵਿੱਚ ਤੁਸੀਂ ਕਰਕੇ ਬਹੁਤ ਵਧੀਆ ਤਰੀਕੇ ਨਾਲ GK ਦੀ ਆਪਣੀ ਤਿਆਰੀ ਕਰ ਸਕਦੇ ਹੋ। ਹੁਣ ਦੇਖੋ ਜੀ, ਮੇਨ ਇਹਦੇ ਵਿੱਚ ਵੀ ਪੰਜਾਬ ਹਿਸਟਰੀ ਐਂਡ ਕਲਚਰ ਦੇ ਵਿੱਚ ਵੀ ਹੁਣ ਬਹੁਤ ਵਧੀਆ ਲੈਵਲ ਦੇ ਕੁਝ ਕੁਐਸਚਨ ਆ ਰਹੇ ਨੇ ਹੈ ਨਾ। ਹੁਣੇ ਰੀਸੈਂਟਲੀ ਉਹਨਾਂ ਨੇ ਪੁੱਛ ਲਿਆ ਕਿ ਜਦੋਂ ਕੁੱਕ ਮੂਵਮੈਂਟ ਦੇ ਦੌਰਾਨ ਕਿੰਨੇ ਕੂਕਿਆਂ ਨੂੰ ਮਤਲਬ ਤੋਪ ਦੇ ਨਾਲ ਉਡਾਤਾ ਸੀਗਾ, ਠੀਕ ਹੈ, ਅੰਗਰੇਜ਼ੀ ਸ਼ਾਸਨ ਦੇ ਟਾਈਮ ਦੇ ਉੱਤੇ। ਸੋ 66 ਕੂਕਿਆਂ ਦਾ, ਉਹ ਜੇਕਰ ਤੁਸੀਂ ਥਿਊਰੀ ਆਪਣੀ ਪੜ੍ਹੀ ਹੋਈ ਹੈ ਜਾਂ ਕਿਤੋਂ ਹੋਰ ਵੀ ਤੁਸੀਂ ਕੀਤਾ ਵਾ ਨਾ, ਤਾਂ ਥਿਊਰੀ ਦੇ ਵਿੱਚ ਤੁਹਾਡਾ ਇਹ ਕਵਰ ਹੋਏਗਾ। ਇਹ ਅਲੱਗ ਦੇ ਵਿੱਚ ਅਲੱਗ ਤੁਹਾਨੂੰ ਨਹੀਂ ਆਏਗਾ। ਸੋ ਥਿਊਰੀ ਦੇ ਵਿੱਚ ਵੀ ਮੈਂ ਤੁਹਾਨੂੰ ਹਮੇਸ਼ਾ ਇਸ ਤਰ੍ਹਾਂ ਕਰਵਾਉਂਦਾ ਹੁੰਦਾ ਕਿ ਜਿਹੜੀ ਇੰਪੋਰਟੈਂਟ ਚੀਜ਼ ਹੁੰਦੀ ਆ ਉਹਨੂੰ ਰੈੱਡ ਦੇ ਨਾਲ ਹਾਈਲਾਈਟ, ਰੈੱਡ ਫੌਂਟ ਦੇ ਨਾਲ ਹਾਈਲਾਈਟ ਕੀਤਾ ਹੁੰਦਾ, ਤਾਂ ਇਹ ਚੀਜ਼ ਵੀ ਮੈਂ ਹਾਈਲਾਈਟ ਕੀਤੀ ਹੋਈ ਸੀਗੀ। ਸੋ ਥਿਊਰੀ ਦੇ ਵਿੱਚ ਵੀ ਤੁਹਾਨੂੰ ਕਰਵਾਇਆ ਸੀ। ਤਾਂ ਇਹ ਚੀਜ਼ ਜੇ ਤੁਹਾਨੂੰ ਛੋਟੀਆਂ ਚੀਜ਼ਾਂ ਨਾ ਜਿਹੜੀਆਂ ਰੈੱਡ ਦੇ ਨਾਲ, ਰੈੱਡ ਫੌਂਟ ਦੇ ਨਾਲ ਹਾਈਲਾਈਟ ਕੀਤੀਆਂ ਨਾ, ਉਹਨੂੰ ਜ਼ਰੂਰ ਕਰਿਆ ਕਰੋ ਜੀ। ਠੀਕ ਆ, ਸੋ ਇੱਕ ਇਹ ਹੋ ਗਿਆ। ਇੱਕ ਹੋਰ ਕੁਐਸਚਨ ਆਇਆ ਹੋਇਆ ਸੀ ਕਿ ਕਿੰਨੇ ਮੁਸਾਫਰਾਂ ਨੂੰ ਕਾਮਾਗਾਟਾ ਮਾਰੂ ਦੇ ਵਿੱਚ ਸ਼ਿਪ ਜਿਹੜੀ ਸੀ ਉਹ ਲੈ ਕੇ ਜਾ ਰਹੀ ਸੀ 376 ਵਾਲੀ। ਇਹ ਵੀ ਤੁਹਾਡਾ ਥਿਊਰੀ 'ਚ ਕਵਰ ਹੋਣ ਵਾਲੀਆਂ ਚੀਜ਼ਾਂ ਨੇ। ਇੱਕ ਵਾਰ ਤੁਸੀਂ ਥਿਊਰੀ ਚੰਗੀ ਤਰ੍ਹਾਂ ਕੀਤੀ ਹੋਈ ਹੈ ਤਾਂ ਤੁਹਾਨੂੰ MCQ ਕਰਨਾ ਥੋੜ੍ਹਾ ਈਜ਼ੀ ਹੋ ਜਾਂਦਾ ਵਾ। ਠੀਕ ਹੈ, ਇਸ ਤਰ੍ਹਾਂ ਨਹੀਂ ਮੈਂ ਕਹਿੰਦਾ ਕਿ MCQ ਇੰਪੋਰਟੈਂਟ ਨਹੀਂ ਹੁੰਦੇ, ਪਰ ਪਹਿਲਾ ਸਟੈਪ ਤੁਹਾਡਾ ਥਿਊਰੀ ਹੁੰਦਾ ਵਾ, ਖਾਸ ਕਰ ਪੰਜਾਬ GK, ਹਿਸਟਰੀ, ਪੋਲਿਟੀ ਤੇ ਨਾਲ ਹੀ ਤੁਹਾਡਾ ਪੰਜਾਬ GK, ਹਿਸਟਰੀ ਤੇ ਪੋਲਿਟੀ। ਇਹ 3 ਚੀਜ਼ਾਂ ਤੁਹਾਡਾ ਥਿਊਰੀ ਕਰਨੀ ਬਹੁਤ ਜ਼ਰੂਰੀ ਹੈ। ਬਾਕੀ ਜੇਕਰ ਬਾਕੀ ਦੇ ਸਬਜੈਕਟ ਜਿੱਦਾਂ ਸਟੈਟਿਕ GK ਹੋ ਗਏ ਹੈ ਨਾ, ਜਾਂ ਕਰੰਟ ਅਫੇਅਰ, ਬਾਕੀ ਸਾਰੇ ਸਟੈਟਿਕ ਤੇ ਕਰੰਟ ਨਾਲ ਰਿਲੇਟ ਕਰਕੇ ਤੁਸੀਂ ਸਿੱਧੇ MCQ ਵੀ ਕਰ ਲਓਗੇ ਤਾਂ ਤੁਹਾਡਾ ਬਹੁਤ ਵਧੀਆ ਮਾਰਕਸ ਆ ਜਾਣਗੇ ਪ੍ਰੀਵੀਅਸ ਈਅਰ ਕੁਐਸਚਨ ਕਰਕੇ। ਪਰ ਇਹ 3 ਜਿਹੜੇ ਟੌਪਿਕ ਨੇ ਨਾ, ਇਹ ਤੁਹਾਨੂੰ ਕਰਨੇ ਹੀ ਪੈਣਗੇ, ਕਿਉਂਕਿ ਮੋਸਟਲੀ ਤੁਸੀਂ ਦੇਖ ਲਓ ਕਿ 16 ਕੁਐਸਚਨ ਪੰਜਾਬ GK ਦੇ, ਤਾਂ ਥਿਊਰੀ ਕਰਨੀ ਜ਼ਰੂਰੀ ਆ ਤੁਹਾਡੀ ਪੰਜਾਬ GK ਦੀ। 16 ਕੁਐਸਚਨ ਪੰਜਾਬ GK ਦੇ, ਜੇਕਰ ਜਿਹੜੇ ਮੈਂ ਹਿਸਟਰੀ, ਪੋਲਿਟੀ ਦੇ ਜਿਹੜੇ ਮੈਂ ਤੁਹਾਨੂੰ ਕਹਿ ਰਿਹਾ, ਜੇਕਰ ਉਹਦੇ ਵਿੱਚੋਂ 6-7 ਕੁਐਸਚਨ ਵੀ ਆ ਗਏ ਹੈ ਨਾ, ਤਾਂ ਦੇਖ ਲਓ ਕਿ 22-23 ਕੁਐਸਚਨ ਤੁਹਾਡੇ ਥਿਊਰੀ ਬੇਸਡ ਆ ਰਹੇ ਨੇ ਹੈ ਨਾ। ਤਾਂ ਇਹ ਚੀਜ਼ਾਂ ਤੁਹਾਡੀਆਂ ਕਰਨੀਆਂ ਜ਼ਰੂਰੀ ਨੇ। ਜੇਕਰ 41 ਚੋਂ 22-23 ਕੁਐਸਚਨ ਤੁਹਾਡੇ ਥਿਊਰੀ ਬੇਸਡ ਆ ਰਹੇ ਨੇ, ਤਾਂ ਥਿਊਰੀ ਕਰਨੀ ਤੁਸੀਂ ਸੋਚ ਸਕਦੇ ਹੋ ਕਿ ਕਿੰਨੀ ਇੰਪੋਰਟੈਂਟ ਆ। ਠੀਕ ਹੈ ਜੀ, ਸੋ ਇਹਦੀ PDF ਵੀ ਪ੍ਰੋਵਾਈਡ ਕਰਵਾਈ ਹੋਈ ਆ, ਹਿਸਟਰੀ, ਪੋਲਿਟੀ ਤੇ ਪੰਜਾਬ GK ਦੇ। ਤੁਸੀਂ ਸਿੱਧਾ PDF ਕਰ ਸਕਦੇ ਹੋ, ਕਿਉਂਕਿ ਹੁਣ ਟਾਈਮ ਘੱਟ ਵਾ। ਤੁਸੀਂ ਜੇਕਰ ਥਿਊਰੀ ਕਰਨ ਲੱਗੋਗੇ ਤਾਂ ਵੀਡੀਓ ਕਲਾਸਾਂ ਦੇਖਣ ਲੱਗੋਗੇ ਤਾਂ ਤੁਹਾਡਾ ਟਾਈਮ ਬਹੁਤ ਜ਼ਿਆਦਾ ਵੇਸਟ ਹੋ ਜਾਏਗਾ। ਠੀਕ ਹੈ ਜੀ, ਸੋ ਇਹ ਸੀਗਾ ਜੀ PSSB ਦਾ। ਮੈਂ ਤੁਹਾਨੂੰ ਦੱਸਦਾ ਹੋਇਆ ਕਿ 100 ਦੇ ਵਿੱਚੋਂ ਕੋਈ ਵੀ ਬੋਰਡ ਪੇਪਰ ਲੈ ਰਿਹਾ, ਚਾਹੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਲੈ ਰਹੀ ਆ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵੀ ਪੇਪਰ ਇਸ ਵਾਰ ਬਹੁਤ ਵਧੀਆ ਲੈਵਲ ਦਾ ਪੇਪਰ ਪਾਇਆ ਹੋਇਆ ਸੀ ਉਹਨਾਂ ਨੇ।
ਤਾਂ ਇਹ ਨਾ ਸੋਚੋ ਕਿ ਜੇਕਰ ਕੋਈ ਹੋਰ ਬੋਰਡ ਲਏਗਾ ਤਾਂ ਪੇਪਰ ਸੌਖਾ ਪਾਏਗਾ। ਹਾਲਾਂਕਿ ਨੀਲਟ ਤੇ ਨੀਟਰ ਦੇ ਪੇਪਰ ਦੇ ਵਿੱਚ ਵੀ ਕੁਝ ਕੁਐਸਚਨ ਬਹੁਤ ਵਧੀਆ ਵੇਸਟ ਆ ਰਹੇ ਨੇ, ਕੁਝ ਸੌਖੇ ਵੀ ਆ ਰਹੇ ਨੇ, ਮੋਡਰੇਟ ਆ ਰਹੇ ਨੇ ਤੇ ਕੁਝ ਵਧੀਆ ਲੈਵਲ ਦੇ ਕੁਐਸਚਨ ਵੀ ਆ ਰਹੇ ਨੇ। ਪਰ ਆਪਣਾ ਮੇਨ ਟਾਰਗੇਟ ਹੋਣਾ ਚਾਹੀਦਾ ਇੱਕ ਸੌਖਾ ਕੁਐਸਚਨ ਤੇ ਨਾਲ ਹੀ ਮੋਡਰੇਟ ਲੈਵਲ ਦਾ ਕੁਐਸਚਨ ਤੁਹਾਡਾ 100% ਸਹੀ ਹੋਣਾ ਚਾਹੀਦਾ, ਕਿਉਂਕਿ ਇਸ ਕੰਪੀਟੀਸ਼ਨ ਦੇ ਵਿੱਚ, ਦੌੜ ਦੇ ਵਿੱਚ ਤੁਸੀਂ ਤਾਂ ਹੀ ਮੌਜੂਦ ਰਹੋਗੇ ਜੇਕਰ ਤੁਹਾਡਾ ਉਹ ਮੋਡਰੇਟ ਲੈਵਲ ਦਾ ਕੁਐਸਚਨ ਬਿਲਕੁਲ ਸਹੀ ਹੋਣਾ ਚਾਹੀਦਾ ਵਾ। ਠੀਕ ਆ, ਸੋ ਇਹੀ ਚੀਜ਼ ਆ, ਇਹਦੇ ਨਾਲ ਹੀ ਤੁਹਾਡੀ ਆਪਣੀ ਇੰਪਰੂਵਮੈਂਟ ਹੋਏਗੀ। ਹੁਣ ਆਜੋ ਜੀ ਪੰਜਾਬ ਪੁਲਿਸ ਤੇ। ਪੰਜਾਬ ਪੁਲਿਸ ਲਈ ਮੈਂ ਅਲੱਗ ਤੋਂ ਇੱਕ ਸੀਰੀਜ਼ ਤਿਆਰ ਕਰਨੀ ਸ਼ੁਰੂ ਕੀਤੀ ਹੈ। ਠੀਕ ਹੈ ਜੀ, ਸੋ ਅਜੇ ਮੈਂ ਫਿਲਹਾਲ ਉਹਨੂੰ ਥੋੜ੍ਹੇ ਜਿਹੇ ਦਿਨਾਂ ਲਈ ਰੋਕ ਰਿਹਾ। ਮੈਂ ਕੁਝ ਕੁਐਸਚਨ ਤਿਆਰ ਹੋਏ ਵੀ ਨੇ, ਪਰ ਮੈਂ ਉਹਨੂੰ ਥੋੜ੍ਹੇ ਦਿਨਾਂ ਲਈ ਇਸੇ ਲਈ ਰੋਕ ਰਿਹਾ ਕਿਉਂਕਿ ਪਹਿਲਾਂ ਆਪਾਂ ਇਹ 100 ਕੁਐਸਚਨ ਜ਼ਰੂਰ ਕਰਨੇ ਹੈਗੇ, ਕਿਉਂਕਿ PSSB ਕਲਰਕ ਦਾ ਪੇਪਰ ਬਿਲਕੁਲ ਨੇੜੇ ਆ ਰਿਹਾ। ਆਹ PSSB ਆਪਣਾ ਪੰਜਾਬ ਪੁਲਿਸ ਦੇ ਕਾਂਸਟੇਬਲ ਦਾ ਪੇਪਰ ਆ, ਜਿਹਦੇ ਵਿੱਚ ਕਿ 35 ਨੰਬਰ ਦੇ ਵਿੱਚ ਉਹਨਾਂ ਨੇ ਕੌਂਸਟੀਟਿਊਸ਼ਨ ਐਂਡ ਇਟਸ ਫੀਚਰ, ਸੈਂਟਰ ਸਟੇਟ ਰਿਲੇਸ਼ਨ, ਲੈਜਿਸਲੇਚਰ ਹੋ ਗਿਆ, ਐਗਜ਼ੀਕਿਊਟਿਵ ਹੋ ਗਿਆ, ਜੁਡੀਸ਼ੀਅਲ ਇੰਸਟੀਟਿਊਟ ਹੋ ਗਏ, ਲੋਕਲ ਗਵਰਨਮੈਂਟ ਇੰਸਟੀਟਿਊਸ਼ਨ ਹੋ ਗਏ, ਇਹ ਸਾਰਾ ਪੋਲਿਟੀ ਦਾ ਹਿੱਸਾ। ਠੀਕ ਹੈ, ਪੋਲਿਟੀ ਚੰਗੀ ਤਰ੍ਹਾਂ ਕਰ ਲਈ ਤਾਂ 1 ਨੰਬਰ ਟੌਪਿਕ ਤੁਹਾਡਾ ਹੋ ਗਿਆ। ਪੋਲਿਟੀ ਦੀਆਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ 26-27 ਕਲਾਸਾਂ ਕਰਾਈਆਂ ਹੋਈਆਂ, ਇਹਨੂੰ ਜ਼ਰੂਰ ਕਰੋ। ਪੰਜਾਬ ਪੁਲਿਸ ਵਾਲਿਆਂ ਕੋਲ ਅਜੇ ਥੋੜ੍ਹਾ ਜਿਹਾ ਟਾਈਮ ਹੈਗਾ। ਜੇਕਰ ਤੁਸੀਂ ਪੋਲਿਟੀ ਦੀ ਥਿਊਰੀ ਨਹੀਂ ਪੜ੍ਹੀ ਤਾਂ ਪਲੀਜ਼ ਉਹਨੂੰ ਇੱਕ ਵਾਰੀ ਗੋ ਥਰੂ ਜ਼ਰੂਰ ਕਰ ਲਓ ਜੀ। ਹੁਣ ਹਿਸਟਰੀ, ਜੋਗਰਾਫੀ ਐਂਡ ਕਲਚਰ ਐਂਡ ਇਕੋਨਮੀ, ਇਹ ਉਹੀ ਪੰਜਾਬ GK ਆ ਗਈ। ਠੀਕ ਹੈ ਜੀ, ਹਿਸਟਰੀ ਤੁਹਾਡੀ ਪੁੱਛੀ ਜਾਣੀ ਹੀ ਆ, ਇੰਡੀਆ ਦੀ ਵੀ ਪੁੱਛਣਗੇ ਉਹ, ਪੰਜਾਬ ਦੀ ਵੀ ਪੁੱਛਣਗੇ, ਜੋਗਰਾਫੀ ਦੇ ਵਿੱਚ ਵੀ ਉਹ ਪੁੱਛਣਗੇ, ਕਲਚਰ ਤੇ ਇਕੋਨਮੀ ਆਫ ਪੰਜਾਬ ਤੁਹਾਨੂੰ ਪਤਾ ਹੀ ਆ ਕਿ ਪੰਜਾਬ ਦਾ ਆਪਣਾ ਕਲਚਰ ਆਪਾਂ ਤੁਹਾਨੂੰ ਕਰਵਾਇਆ ਹੋਇਆ ਵਾ। ਬੇਸਿਕ ਆਫ ਸਾਇੰਸ ਐਂਡ ਟੈਕਨੋਲੋਜੀ, ਫਿਰ ਤੋਂ ਉਹੀ ਚੀਜ਼ ਜੀ, ਸਾਇੰਸ ਐਂਡ ਦੇਖੋ ਇਹ ਚੀਜ਼ਾਂ ਨੂੰ ਨਾ ਤੁਹਾਡਾ ਦੇਖਣ ਦਾ ਨਜ਼ਰੀਆ ਅਲੱਗ ਹੋਣਾ ਚਾਹੀਦਾ। ਇਹ ਜੋ ਸਟੈਟਿਕ ਵੀ ਪੁੱਛਣਗੇ, ਕਰੰਟ ਵੀ ਪੁੱਛਣਗੇ, ਬੇਸਿਕ ਕਹਿਤਾ ਉਹਨਾਂ ਨੇ। ਠੀਕ ਆ, ਕਰੰਟ ਅਫੇਅਰ ਉਹਨਾਂ ਨੇ ਅਲੱਗ ਤੋਂ, ਸਿਰਫ ਆ 4 ਟੌਪਿਕ ਉਹਨਾਂ ਨੇ ਤੁਹਾਨੂੰ ਮੈਂਸ਼ਨ ਕੀਤੇ ਨੇ, ਪਰ ਇਹਦੇ ਵਿੱਚ ਜ਼ਰੂਰੀ ਨਾ ਸਮਝੋ ਕਿ ਸਿਰਫ ਤੇ ਸਿਰਫ ਇਹ 4 ਚੋਂ ਹੀ ਆਏਗਾ, ਹੋਰ ਕਿਸੇ ਟੌਪਿਕ ਚੋਂ ਕੁਐਸਚਨ ਨਹੀਂ ਆਉਣਗੇ ਜੀ, ਪਰ ਜ਼ਿਆਦਾਤਰ ਕੁਐਸਚਨ ਇਹਨਾਂ ਦੇ ਵਿੱਚੋਂ ਆਏਂਗੇ। ਠੀਕ ਹੈ ਜੀ, ਸੋ ਤੁਸੀਂ ਕਰੰਟ ਅਫੇਅਰਸ ਚੰਗੀ ਤਰ੍ਹਾਂ ਕਰਨੇ ਨੇ ਤੇ ਆਹ ਟੌਪਿਕ ਵੀ ਤੁਹਾਨੂੰ ਮੈਂ ਬਹੁਤ ਵਧੀਆ ਤਰੀਕੇ ਨਾਲ ਥਿਊਰੀ 'ਚ ਕਰਵਾਏ ਹੋਏ ਨੇ। ਸੋ ਥਿਊਰੀ ਲਈ ਤੁਸੀਂ ਪੰਜਾਬ ਪੁਲਿਸ ਕਾਂਸਟੇਬਲ, ਠੀਕ ਹੈ ਜੀ, ਸਬ ਇੰਸਪੈਕਟਰ ਦੀ ਗੱਲ ਨਹੀਂ ਕਰ ਰਿਹਾ, ਇਸ ਤਰ੍ਹਾਂ ਨਹੀਂ ਕਿ ਸਬ ਇੰਸਪੈਕਟਰ ਦੇ ਵਿੱਚ ਕੁਐਸਚਨ ਨਹੀਂ ਆ ਰਹੇ ਆਪਣੇ ਕਰਵਾਏ ਹੋਏ, ਪਰ ਸਬ ਇੰਸਪੈਕਟਰ ਦੇ ਵਿੱਚ ਥੋੜੇ ਡੀਪ ਕੁਐਸਚਨ ਜ਼ਿਆਦਾ ਪੁੱਛ ਰਹੇ ਨੇ ਉਹ। ਠੀਕ ਹੈ ਜੀ, ਥੋੜੇ ਜਿਹੇ ਅਲੱਗ ਕੁਐਸਚਨ ਜ਼ਿਆਦਾ ਪੁੱਛ ਰਹੇ, TCS ਬੇਸ ਜ਼ਿਆਦਾ ਪੁੱਛ ਰਹੇ ਨੇ। ਪਰ ਕਾਂਸਟੇਬਲ ਦੇ ਤੁਸੀਂ ਪਿਛਲੇ ਜਿਹੜੇ ਪੇਪਰ ਹੋਏ ਸੀ ਉਹ ਵੀ ਪੇਪਰ TCS ਨੇ ਹੀ ਕੰਡਕਟ ਕਰਵਾਇਆ ਸੀ, ਪਰ ਜ਼ਿਆਦਾ ਔਖੇ ਲੈਵਲ ਦੇ ਕੁਐਸਚਨ ਨਹੀਂ ਸੀ, ਜਿੱਦਾਂ ਕਿ PSSB ਦੇ ਲੈਵਲ ਦੇ ਕੁਐਸਚਨ ਹੁੰਦੇ ਨੇ। PSSB ਦੇ ਲੈਵਲ ਦੇ ਕੁਐਸਚਨ ਹੀ ਪੰਜਾਬ ਪੁਲਿਸ ਕਾਂਸਟੇਬਲ ਦੇ ਵਿੱਚ ਪਿਛਲੀ ਵਾਰ ਪੁੱਛੇ ਗਏ ਸੀ। ਸੋ ਇਹਦੇ ਸਿਲੇਬਸ ਦੇ ਮੁਤਾਬਕ ਵੀ ਤੁਸੀਂ PSSB ਕਲਰਕ ਤੇ PSSB ਵੀਡੀਓ, ਠੀਕ ਹੈ ਜੀ, ਚੰਗੀ ਤਰ੍ਹਾਂ ਨੋਟ ਕਰੋ ਜੀ। PSSB ਵੀਡੀਓ ਹੋ ਗਿਆ, PSSB ਦੇ ਤੁਹਾਡਾ ਕਲਰਕ ਹੋ ਗਿਆ, ਤੇ ਪੰਜਾਬ ਪੁਲਿਸ ਦਾ ਜਿਹੜਾ ਕਾਂਸਟੇਬਲ ਦੀ ਜੇਕਰ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਆਪਣੀਆਂ ਥਿਊਰੀ ਕਲਾਸਾਂ ਤੁਸੀਂ ਕਰ ਸਕਦੇ ਹੋ, ਤੇ ਆਲਮੋਸਟ 70% ਦੇ ਨੀਅਰ ਅਬਾਊਟ ਤੁਹਾਡਾ GK ਇਹਦੇ ਵਿੱਚੋਂ ਕਵਰ ਹੋ ਜਾਏਗੀ। ਠੀਕ ਹੈ ਜੀ, ਸੋ ਪੇਪਰਾਂ ਦੇ ਵਿੱਚ ਲਗਾਤਾਰ 70 to 75% ਕੁਐਸਚਨ ਪੇਪਰ ਦੇ ਵਿੱਚ ਆਪਣੇ ਕੰਟੈਂਟ 'ਚੋਂ ਆ ਰਹੇ ਨੇ। ਪਟਵਾਰੀ ਦੇ ਪੇਪਰ 'ਚੋਂ ਤੁਹਾਨੂੰ ਮੈਂ ਵਿਦ ਪ੍ਰੂਫ ਵੀ ਸੈਂਡ ਕੀਤਾ ਸੀ ਕਿ 41 ਦੇ ਵਿੱਚੋਂ 38 ਕੁਐਸਚਨ ਸਿੱਧੇ ਡਾਇਰੈਕਟ ਕੁਐਸਚਨ ਦੇ ਵਿੱਚ ਆਪਣੇ ਕਲਾਸਾਂ ਦੇ ਵਿੱਚੋਂ ਆਏ ਹੋਏ ਸੀ। ਸੋ ਇਹੀ ਚੀਜ਼ ਹੈ ਜੀ, ਜੇਕਰ ਤੁਸੀਂ ਚੰਗੀ ਤਰ੍ਹਾਂ ਕਰੋਗੇ ਫਿਰ ਹੀ ਤੁਹਾਡੇ ਪੇਪਰ ਦੇ ਵਿੱਚ ਮਾਰਕਸ ਇੰਪਰੂਵ ਹੋਣਗੇ। ਸੋ ਥੋੜ੍ਹਾ ਤੁਹਾਨੂੰ ਖੁਦ ਵੀ ਪੜ੍ਹਨਾ ਪਏਗਾ, ਜਿੱਦਾਂ ਕਿ 1-2 ਟੌਪਿਕਸ ਮੈਂ ਨਹੀਂ ਕਰਵਾ ਸਕਿਆ, ਜਿੱਦਾਂ ਕਿ ਇਕੋਨਮੀ ਹੋ ਗਿਆ ਹੈ ਨਾ, ਜਾਂ ਜੋਗਰਾਫੀ ਵੀ ਡਿਟੇਲ ਦੇ ਵਿੱਚ ਆਪਾਂ ਨਹੀਂ ਕਰਵਾਈ। ਇਹ 2 ਚੀਜ਼ਾਂ ਤੁਹਾਨੂੰ ਥੋੜ੍ਹਾ ਜਿਹਾ ਆਪ ਖੁਦ ਕਰਨਾ ਪਏਗਾ, ਕਿਉਂਕਿ ਮੈਂ ਖੁਦ ਇਸ ਟਾਈਮ ਦੇ ਉੱਤੇ ਜੌਬ ਕਰ ਰਿਹਾ ਵਾਂ, ਗੌਰਮੈਂਟ ਜੌਬ ਕਰ ਰਿਹਾ ਵਾਂ। ਦੈਨ ਇਸੇ ਕਰਕੇ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਇੰਨੀ ਡਿਟੇਲ ਦੇ ਵਿੱਚ ਹੁਣ ਮੈਂ ਪੜ੍ਹਾ ਸਕਾਂ, ਕਿਉਂਕਿ ਉਸ ਟਾਈਮ ਦੇ ਉੱਤੇ ਜਦੋਂ ਪਿਛਲੇ ਸਾਲ ਮੈਂ ਵੀਡੀਓਜ਼ ਰਿਕਾਰਡ ਕੀਤੀਆਂ ਸੀ ਉਸ ਟਾਈਮ ਦੇ ਉੱਤੇ ਮੇਰੀ ਜੁਆਇਨਿੰਗ ਨਹੀਂ ਹੋਈ ਸੀਗੀ, ਇਸ ਲਈ ਮੇਰੇ ਕੋਲ ਟਾਈਮ ਵੀ ਸੀ ਤੇ ਬਹੁਤ ਮਿਹਨਤ ਦੇ ਨਾਲ ਮੈਂ ਦਿਨ ਰਾਤ ਜਾ ਕੇ ਉਹ ਕੰਟੈਂਟ ਤਿਆਰ ਕੀਤਾ ਸੀ। ਸੋ ਇਹ ਚੀਜ਼ ਮੈਨੂੰ ਵੀ ਪਤਾ ਕਿ ਜੇਕਰ ਮੈਂ ਹੁਣ ਕੋਸ਼ਿਸ਼ ਵੀ ਕਰਾਂ ਤਾਂ ਉਸ ਲੈਵਲ ਦਾ ਕੰਟੈਂਟ ਇਸ ਟਾਈਮ ਦੇ ਉੱਤੇ ਇੰਨੇ ਘੱਟ ਸਮੇਂ ਦੇ ਵਿੱਚ ਨਹੀਂ ਪ੍ਰੋਵਾਈਡ ਕਰ ਸਕਦਾ। ਸੋ ਜਿਸ ਲਈ ਮੈਂ ਉਹਨੂੰ ਸ਼ੁਰੂ ਹੀ ਨਹੀਂ ਕਰਨਾ ਚਾਹੁੰਦਾ ਗਾ, ਕਿਉਂਕਿ ਇਸ ਟਾਈਮ ਦੇ ਉੱਤੇ ਜ਼ਰੂਰੀ ਆ ਕਿ ਉਹ ਜੋਗਰਾਫੀ ਤੇ ਇਕੋਨਮੀ ਤੁਸੀਂ ਆਪਣੇ ਬੇਸ ਦੇ ਉੱਤੇ ਜਾਂ ਆਪਣਾ YouTube ਤੋਂ ਤੁਸੀਂ ਕਰ ਸਕੋ। ਠੀਕ ਹੈ ਜੀ, ਸੋ ਇਹੀ ਚੀਜ਼ ਆ ਕਿ ਜੇਕਰ ਆਪਾਂ ਕੋਈ ਚੀਜ਼ ਕਰਵਾਵਾਂਗੇ ਤਾਂ ਤੁਹਾਨੂੰ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਆਪਣੀ ਤਸੱਲੀ ਕਰਕੇ ਕਰਵਾਵਾਂਗੇ। ਅਦਰਵਾਈਜ਼ ਜੇਕਰ ਇਸੇ ਤਰ੍ਹਾਂ ਸਿਰਫ ਵਿਊ ਲੈਣ ਲਈ ਮੈਂ ਤੁਹਾਡੇ ਤੋਂ ਕੋਈ ਵੀ ਮਤਲਬ ਕਿ ਉਹ ਜੀ ਕਲਾਸ ਆਪਾਂ ਤੁਹਾਨੂੰ ਪ੍ਰੋਵਾਈਡ ਨਹੀਂ ਕਰਨਾ ਚਾਹੁੰਦੇ। ਠੀਕ ਹੈ ਜੀ, ਸੋ ਇਹ ਸੀਗਾ ਜੀ ਆਪਣਾ ਪੰਜਾਬ ਪੁਲਿਸ ਕਾਂਸਟੇਬਲ ਤੇ PSSB ਕਲਰਕ ਤੇ PSSB ਵੀਡੀਓ ਦੇ ਪੇਪਰ ਲਈ, ਜਿਹੜੇ ਕਿ ਅਪਕਮਿੰਗ ਇਹ 3 ਇੰਪੋਰਟੈਂਟ ਐਗਜ਼ਾਮ ਆ ਰਹੇ, ਉਹਦੇ ਲਈ ਆਪਣੇ ਚੈਨਲ ਤੇ ਆਪਾਂ ਤੁਹਾਨੂੰ ਕੀ ਕਰਵਾ ਰਹੇ ਹਾਂ। ਬਾਕੀ ਆਪਾਂ ਤੁਹਾਨੂੰ GK ਦੇ MCQ ਕੁਇਜ਼
ਟੈਲੀਗ੍ਰਾਮ ਦੇ ਚੈਨਲ ਦੇ ਉੱਤੇ ਕਰਵਾਉਂਦੇ ਰਹਿੰਦੇ ਆ, ਉਹਨੂੰ ਜ਼ਰੂਰ ਕਰਦੇ ਰਹੋ ਜੀ, ਕਿਉਂਕਿ ਉਹ ਬਹੁਤ 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 ਇੰਪੋਰਟੈਂਟ ਕੁਐਸਚਨ ਹੁੰਦੇ ਨੇ। ਉਹਦੇ 'ਚੋਂ ਰੈਗੂਲਰ ਹਰੇਕ ਪੇਪਰ ਦੇ ਵਿੱਚ ਕੁਐਸਚਨ ਪੁੱਛੇ ਜਾ ਰਹੇ ਨੇ। 2000 ਕੁਐਸਚਨ ਪੂਰੇ ਫ੍ਰੀ ਆਫ ਕੋਸਟ ਤੁਹਾਨੂੰ ਪ੍ਰੋਵਾਈਡ ਕਰਵਾਇਆ ਹੋਇਆ। ਜੇਕਰ ਤੁਸੀਂ ਉਹਨੂੰ 2-3 ਵਾਰੀ ਨਹੀਂ ਲਗਾ ਰਹੇਗੇ ਹੈ ਨਾ, ਦੈਨ ਇਹਦੇ ਵਿੱਚ ਤੁਹਾਡੀ ਆਪਣੀ ਗਲਤੀ ਆ ਕਿ ਤੁਸੀਂ ਕੁਛ ਨੰਬਰ ਆਪਣੇ ਮਿਸ ਕਰ ਰਹੇ ਹੋ, ਜੇਕਰ ਤੁਸੀਂ ਕਿਤੋਂ ਹੋਰ ਵੀ ਤਿਆਰੀ ਨਹੀਂ ਕਰਦੇ ਪਏਗੇ। ਠੀਕ ਹੈ ਜੀ, ਸੋ ਇਹ ਸੀਗਾ ਜੀ ਅੱਜ ਦਾ ਆਪਣਾ ਵਿਊ। ਹੁਣ ਤੁਹਾਨੂੰ ਇੱਕ ਹੋਰ ਆਪਾਂ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਨ ਜਾ ਰਹੇ ਹਾਂ ਜੀ। ਨੈਕਸਟ ਜੀ, ਬਹੁਤ ਸਾਰੇ ਦੋਸਤ ਇਹ ਪੁੱਛ ਰਹੇ ਸੀ ਕਿ ਜਿਹੜੇ ਕਿ PSSB ਕਲਰਕ ਦਾ ਜਿਹੜਾ ਪੇਪਰ ਹੋਣਾ ਜਾਂ ਵੀਡੀਓ, ਉਹਦੇ ਲਈ ਤੁਸੀਂ ਮੌਕ ਟੈਸਟ ਲਗਾਉਣਾ ਚਾਹੁੰਦੇ ਹੋ। ਦੇਖੋ ਜੀ, ਆਹ ਮੌਕ ਟੈਸਟ ਆਪਾਂ ਤੁਹਾਨੂੰ ਕੁਛ ਦਿਨ ਪਹਿਲਾਂ ਪ੍ਰੋਵਾਈਡ ਕੀਤੇ ਸੀ PSSB ਕਲਰਕ ਦੇ ਪੇਪਰ ਤੋਂ ਪਹਿਲਾਂ। ਦੈਨ ਇਹਦੇ ਵਿੱਚ ਜੀ 150 ਨੰਬਰ ਦਾ ਇੱਕ ਟੈਸਟ ਆ, ਜਿਹੜਾ ਕਿ ਫ੍ਰੀ ਆਫ ਕਾਸਟ ਡੈਮੋ ਵੀ ਤੁਹਾਨੂੰ ਪ੍ਰੋਵਾਈਡ ਕੀਤਾ, ਤੇ 100 ਨੰਬਰ ਦਾ ਇੱਕ ਮੌਕ ਟੈਸਟ ਆ, 150 ਨੰਬਰ ਦਾ ਇੱਕ ਆ, ਤੇ 120 ਨੰਬਰ ਦਾ ਇੱਕ ਆ। ਠੀਕ ਆ ਜੀ, ਸੋ ਇਹ ਵਾਲੇ ਜਿਹੜੇ 4 ਮੌਕ ਟੈਸਟ ਨੇ ਇਹ ਤੁਸੀਂ ਲੈ ਸਕਦੇ ਹੋ, ਜਿਹਦਾ ਪ੍ਰਾਈਸ ਕਿ 200 ਰੁਪਈਆ ਰੱਖਿਆ ਗਿਆ, ਜਿਹੜਾ ਕਿ ਤੁਸੀਂ WhatsApp ਤੇ 7986619382 ਦੇ ਉੱਤੇ ਕੰਟੈਕਟ ਕਰਕੇ ਲੈ ਸਕਦੇ ਹੋ। ਠੀਕ ਆ, ਸੋ ਇਹਦੀ ਜਾਣਕਾਰੀ ਆਪਾਂ ਤੁਹਾਨੂੰ ਇਸੇ ਲਈ ਦੇ ਰਹੇ ਹਾਂ ਕਿਉਂਕਿ ਬਹੁਤ ਸਾਰੇ ਦੋਸਤਾਂ ਨੂੰ ਇਹ ਚੀਜ਼ ਦਾ ਪਤਾ ਨਹੀਂ, ਬਹੁਤ ਸਾਰੇ ਦੋਸਤਾਂ ਨੇ ਇਹਦੇ ਮੌਕ ਟੈਸਟ ਆਪਣਾ ਪਰਚੇਸ ਕੀਤਾ ਵੀ ਆ। ਹੁਣ ਇਹਦੇ ਤੇ ਨਾ ਜਾਇਓ ਜੀ, ਐਕਸਾਈਜ਼ ਐਂਡ ਟੈਕਸੇਸ਼ਨ ਇੰਸਪੈਕਟਰ ਲਿਖਿਆ, ਪਟਵਾਰੀ ਲਿਖਿਆ ਜਾਂ ਕਲਰਕ ਡੀ, ਇਹ ਆਪਾਂ ਵੈਸੇ ਤੁਹਾਡੀ ਸਹੂਲਤ ਲਈ ਲਿਖਤਾ ਕਿ ਹਾਂਜੀ ਇਹ ਸਾਰੇ ਪੇਪਰ ਦੀ, ਕਿਉਂਕਿ ਸਿਲੇਬਸ ਸੇਮ ਹੀ ਆ, ਇਹਦੇ ਵਿੱਚ ਕੋਈ ਖਾਸ ਫਰਕ ਤਾਂ ਹੈ ਨਹੀਂਗਾ ਪੇਪਰ ਦੇ ਵਿੱਚ। ਸੋ ਇਹਦੇ ਅਕੋਰਡਿੰਗ ਤੁਸੀਂ ਇਹ ਪਰਚੇਸ ਕਰ ਸਕਦੇ ਹੋ। ਆਹ ਨੰਬਰ ਦੇ ਉੱਤੇ ਤੁਸੀਂ ਮੈਸੇਜ ਕਰਕੇ ਸਾਰੀ ਡਿਟੇਲ ਲੈ ਸਕਦੇ ਹੋ ਕਿ ਇਹਨੂੰ ਤੁਸੀਂ ਕਿਸ ਤਰ੍ਹਾਂ ਪਰਚੇਸ ਕਰ ਸਕਦੇ ਹੋ ਤੇ ਕਿਸ ਤਰ੍ਹਾਂ ਇਹਦੇ ਵਿੱਚ ਕੀ ਕੀ ਚੀਜ਼ਾਂ ਮੌਜੂਦ ਨੇ। ਤੇ ਨਾਲ ਹੀ ਇਹਦੇ ਇੱਕ ਹੋਰ ਆਪਾਂ ਬਹੁਤ ਇੰਪੋਰਟੈਂਟ ਟੈਸਟ ਸੀਰੀਜ਼ ਤਿਆਰ ਕੀਤੀ ਸੀ, ਸਿਰਫ ਤੇ ਸਿਰਫ GK ਦੀ। ਇੱਕ ਦਫਾ ਆਪਾਂ ਤੁਹਾਨੂੰ ਉਹਦੀ ਵੀ ਇੱਕ ਵਾਰੀ ਡਿਟੇਲ ਸਾਂਝੀ ਕਰ ਦਿੰਦੇ ਹਾਂ ਜੀ। ਇੱਕ ਦੋਸਤੋ ਆਪਾਂ ਸੀਰੀਜ਼ ਤਿਆਰ ਕੀਤੀ ਸੀ, ਜਿਹਦੇ ਵਿੱਚ ਕਿ ਆਪਾਂ ਟੋਟਲ 500 ਕੁਐਸਚਨ ਤਿਆਰ ਕੀਤੇ ਸੀ, ਜਿਹਦਾ ਪ੍ਰਾਈਸ ਆਪਾਂ 200 ਰੁਪਈਆ ਰੱਖਿਆ। ਕੰਟੈਕਟ ਨੰਬਰ 7986619382 ਤੇ WhatsApp ਮੈਸੇਜ ਕਰਕੇ ਤੁਸੀਂ ਲੈ ਸਕਦੇ ਹੋ। ਹੁਣ ਇਹਦੇ ਵਿੱਚ ਜਿਹੜਾ ਸਿਲੇਬਸ 50 ਨੰਬਰ 41 ਨੰਬਰ ਦਾ ਆ ਰਿਹਾ ਵਾ ਹੈ ਨਾ, ਸਿਰਫ PSSB ਲਈ, ਉਹਦੇ ਨਾਲ ਰਿਲੇਟਡ ਆਪਾਂ ਇੱਕ ਕੁਐਸਚਨ ਫਾਈਲ ਆ। ਠੀਕ ਆ, ਟੋਟਲ 500 ਕੁਐਸਚਨ ਨੇ ਇਹਦੇ ਵਿੱਚ, ਇੱਕ ਕੁਐਸਚਨ ਫਾਈਲ ਆ, ਜਿੱਦਾਂ ਕਿ ਆਹ ਤਾਂ ਆਨਸਰ ਫਾਈਲ ਹੈ, ਜਿੱਦਾਂ ਕਿ ਇਹਦੇ ਵਿੱਚ ਨਾਲ ਆਨਸਰ ਦਿੱਤਾ ਹੋਇਆ, ਪਰ ਉਹਦੇ ਵਿੱਚ ਜਿਹੜਾ ਕੁਐਸਚਨ ਵਾ ਹੈ ਨਾ, ਕੁਐਸਚਨ ਫਾਈਲ ਆ, ਉਹਦੇ ਵਿੱਚ ਇਹਦੇ ਵਿੱਚ ਨਾਲ ਆਨਸਰ ਨਹੀਂ ਹੈਗਾ, ਮਤਲਬ ਕਿ ਤੁਸੀਂ ਐਜ਼ ਏ ਮੌਕ ਟੈਸਟ ਇਹਨੂੰ ਲਾ ਸਕਦੇ ਹੋ। ਠੀਕ ਆ, ਸੋ ਇਹ ਆਨਸਰ ਫਾਈਲ ਤੁਹਾਡੇ ਨਾਲ 2 ਫਾਈਲਾਂ ਮਿਲਣਗੀਆਂ PDF ਤੁਹਾਨੂੰ। ਸੋ ਇਹਦੇ ਵਿੱਚ ਇਹਦਾ ਫਾਇਦਾ ਇਹ ਹੈ ਕਿ ਇਹਦੇ ਵਿੱਚ ਆਪਾਂ ਬਹੁਤ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ, ਜਿੱਦਾਂ ਕਿ ਆਹ ਇੱਕ ਕੁਐਸਚਨ ਆ, ਇਹਦੇ ਵਿੱਚ ਇਹਨਾਂ ਨੇ ਕਹਿਤਾ ਕਿ ਚੇਅਰਪਰਸਨ ਕੌਣ ਸੀ ਡਰਾਫਟਿੰਗ ਕਮੇਟੀ ਦਾ, ਤਾਂ ਡਰਾਫਟਿੰਗ ਕਮੇਟੀ ਬਾਰੇ ਆਪਾਂ ਤੁਹਾਨੂੰ ਪੂਰੀ ਮਤਲਬ ਕਿ ਜਾਣਕਾਰੀ ਦਿੱਤੀ ਹੈ ਕਿ ਇਹਦੇ ਵਿੱਚ ਕਿਹੜੇ 7 ਮੈਂਬਰ ਸੀ, ਉਹਨਾਂ ਦੇ ਨਾਮ, ਕਿਉਂਕਿ ਪੇਪਰ ਦੇ ਵਿੱਚ ਇਹੋ ਜਿਹੇ ਕੁਐਸਚਨ ਪੁੱਛੇ ਜਾਂਦੇ ਨੇ ਕਿ ਡਰਾਫਟਿੰਗ ਕਮੇਟੀ ਦਾ ਮੈਂਬਰ ਦੇ ਵਿੱਚ ਇਹਨਾਂ 4 ਚੋਂ ਕੋਈ ਹੈਗਾ ਵਾ ਕਿ ਨਹੀਂ, ਇਸ ਤਰ੍ਹਾਂ ਚੀਜ਼ਾਂ ਇਹ ਪੁੱਛ ਲੈਂਦੇ ਨੇ ਕਿ ਕਿੰਨੇ ਮੈਂਬਰ ਸੀ, ਆਇਆ ਹੋਇਆ ਪੇਪਰ ਦੇ ਵਿੱਚ ਇਹ ਵੀ ਕੁਐਸਚਨ। ਤਾਂ ਐਗਜ਼ੀਕਿਊਟਿਵ ਹੈੱਡ ਹੋ ਗਿਆ, ਜਾਂ ਆਹ ਦੇਖ ਸਕਦੇ ਹੋ ਕਿ ਇਹਦੇ ਵਿੱਚ ਹਿਸਟਰੀ, ਪੋਲਿਟੀ, ਸਟੈਟਿਕ, GK ਸਾਰੇ ਕੁਐਸਚਨ ਇਹਦੇ ਵਿੱਚ ਰਿਪੀਟ ਨੇ, ਤੇ ਇਹਦੇ ਵਿੱਚੋਂ ਆਲਮੋਸਟ 500 ਦੇ ਵਿੱਚੋਂ 300 350 ਕੁਐਸਚਨ ਨੂੰ ਆਪਾਂ ਡਿਟੇਲ ਐਕਸਪਲੇਨੇਸ਼ਨ ਦਿੱਤੀ ਆ, ਤੇ ਇਹਦੇ ਵਿੱਚ ਆਪਾਂ ਸਾਰੇ ਲੈਵਲ ਦੇ ਕੁਐਸਚਨ ਆਪਾਂ ਐਡ ਕੀਤੇ ਹੋਏ ਨੇ। ਠੀਕ ਆ, ਸੋ ਇਹ ਵੀ ਤੁਸੀਂ ਕਰ ਸਕਦੇ। ਇਹਦੇ ਵਿੱਚ ਇਹਨੂੰ ਆਪਾਂ ਬਣਾਇਆ ਕਿੱਦਾਂ ਵਾ ਕਿ ਇਹਦੇ ਵਿੱਚ ਜਿੱਦਾਂ ਤੁਸੀਂ ਲਾ ਲਓ ਕਿ 30 ਕੁਐਸਚਨ ਜਿਹੜੇ ਨੇ, ਪਹਿਲੇ 30 ਕੁਐਸਚਨ ਤੁਹਾਡੇ ਹੋਣਗੇ ਇਹ GK ਦੇ ਹੋਣਗੇ, ਤੇ ਨੈਕਸਟ 20 ਕੁਐਸਚਨ, ਮਤਲਬ ਟੋਟਲ ਇਹ 10 ਮੌਕ ਟੈਸਟ ਸਿਰਫ GK ਪੰਜਾਬ GK ਦੇ ਬਣਾਏ ਨੇ, ਤੇ ਨੈਕਸਟ ਵਾਲੇ ਜਿਹੜੇ 20 ਕੁਐਸਚਨ ਹੋਣਗੇ ਉਹ ਪੰਜਾਬ GK ਐਂਡ ਹਿਸਟਰੀ ਐਂਡ ਕਲਚਰ ਦੇ ਬਣਾਏ ਹੋਏ ਨੇ। ਤਾਂ ਉਹੀ ਚੀਜ਼ ਤੁਸੀਂ ਦੇਖ ਸਕਦੇ ਹੋ ਕਿ ਨਾਲ ਪੂਰੀ ਡਿਟੇਲ ਆਪਾਂ ਦਿੱਤੀ ਹੋਈ ਆ ਕਿ ਜੇਕਰ ਤੁਸੀਂ ਅੱਜ ਪੜ੍ਹ ਰਹੇ ਹੋ ਇਸ ਚੀਜ਼ ਨੂੰ, ਤਾਂ ਉਹਨੂੰ ਤੁਸੀਂ ਡਿਟੇਲ ਦੇ ਵਿੱਚ ਪੜ੍ਹ ਸਕੋ, ਕਿ ਨਾਲ ਐਕਸਪਲੇਨੇਸ਼ਨ ਪੜ੍ਹੋਗੇ ਤਾਂ ਇਹ ਦੇਖੋ ਜੀ, ਆਹ ਇੱਕ ਕੁਐਸਚਨ ਦੇ ਵਿੱਚ ਤੁਹਾਡੇ 4 ਕੁਐਸਚਨ ਕਵਰ ਹੋਣਗੇ, ਤੇ ਕੋਈ ਵੀ ਕੁਐਸਚਨ ਪੇਪਰ 'ਚ ਆ ਜਾਂਦਾ ਵਾ ਹੈ ਨਾ। ਦੈਨ ਇਹੀ ਚੀਜ਼ ਆ, ਤਾਂ 500 ਦੇ ਵਿੱਚ ਤੁਹਾਡੇ 1000-1200 ਕੁਐਸਚਨ ਤੁਹਾਡੇ ਇਹਦੇ ਵਿੱਚ ਐਕਸਪਲੇਨੇਸ਼ਨ ਦੇ ਨਾਲ ਕਵਰ ਹੋ ਜਾਣੇ। ਤਾਂ ਕੁਇਕ ਰਿਵੀਜ਼ਨ ਲਈ ਤੁਸੀਂ ਇਹ ਪਰਚੇਜ਼ ਕਰ ਸਕਦੇ ਹੋ। ਇਹਦਾ ਪ੍ਰਾਈਸ ਕਿੰਨਾ ਵਾ ਜੀ? 200 ਰੁਪਈਆ ਇਹਦਾ ਪ੍ਰਾਈਸ ਆ। ਜੇਕਰ ਤੁਸੀਂ ਤਾਂ ਆਹ ਸੈਕਿੰਡ ਮੌਕ ਟੈਸਟ ਹੋ ਗਿਆ, ਤਾਂ ਤੁਸੀਂ ਦੇਖ ਸਕਦੇ ਹੋ ਤਾਂ ਬਹੁਤ ਡਿਟੇਲ ਦੇ ਵਿੱਚ ਆਪਾਂ ਤੁਹਾਨੂੰ ਇਹ ਡਿਟੇਲ ਦੇ ਬਹੁਤ ਮਿਹਨਤ ਲਾ ਕੇ ਇਹ ਵਾਲਾ ਕੰਟੈਂਟ ਤਿਆਰ ਕੀਤਾ ਸੀ। ਸੋ ਤੁਸੀਂ ਕਰ ਸਕਦੇ ਹੋ ਇਹ, ਜੇਕਰ ਤੁਸੀਂ ਇੱਛੁਕ ਹੋ। ਨਹੀਂ ਤਾਂ ਤੁਸੀਂ ਜੇਕਰ ਨਹੀਂ ਵੀ ਪਰਚੇਜ਼ ਕਰਨਾ ਚਾਹੁੰਦੇ, ਤਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਫ੍ਰੀ ਵਾਲਾ ਕੰਟੈਂਟ ਵੀ ਚੰਗੀ ਤਰ੍ਹਾਂ ਕਰ ਲਓਗੇ ਤਾਂ ਵੀ ਤੁਹਾਡਾ 70% ਤੁਹਾਡਾ ਆਰਾਮ ਦੇ ਨਾਲ ਕਵਰ ਹੋ ਜਾਏਗਾ। ਠੀਕ ਹੈ ਜੀ। ਸੋ ਇਹ ਟੋਟਲ 10 ਮੌਕ ਟੈਸਟ ਨੇ, 50 ਨੰਬਰ ਦਾ ਇੱਕ ਮੌਕ ਟੈਸਟ ਆ, ਸਿਰਫ GK ਦੇ ਕੁਐਸਚਨ ਆ, 300 ਕੁਐਸਚਨ GK ਦੇ ਨੇ, 200 ਕੁਐਸਚਨ ਪੰਜਾਬ GK ਦੇ ਇਹਦੇ ਵਿੱਚ ਆਪਾਂ ਐਡ ਕੀਤੇ ਨੇ। ਠੀਕ ਹੈ ਜੀ। ਸੋ ਇਹ ਸੀਗੀ ਜੀ ਅੱਜ ਦੀ ਆਪਣੀ ਇਸ ਦੀ ਜਾਣਕਾਰੀ। ਹੁਣ ਜੇਕਰ ਤੁਸੀਂ ਇਹ ਦੋਨੇ ਟੈਸਟ ਪਰਚੇਜ਼ ਕਰਨਾ ਚਾਹੁੰਦੇ ਹੋ, ਜਿੱਦਾਂ ਕਿ ਮੌਕ ਟੈਸਟ ਜਿਹੜੇ 3 ਆਪਣੇ ਮੌਕ ਟੈਸਟ ਫੁੱਲ ਮੌਕ ਟੈਸਟ ਨੇ ਉਹ ਲੈਣਾ ਚਾਹੁੰਦੇ ਹੋ PSSB ਕਲਰਕ ਜੀ, ਤੇ ਪਲੱਸ 500 ਕੁਐਸਚਨ ਵੀ ਪਰਚੇਜ਼ ਕਰਨਾ ਚਾਹੁੰਦੇ ਹੋ, ਤਾਂ ਇਹਦਾ ਪ੍ਰਾਈਸ ਕਿੰਨਾ? 300 ਰੁਪਈਆ। ਅਦਰਵਾਈਜ਼ ਇਹ ਦੋਨੇ ਤੁਹਾਨੂੰ 200 400 ਰੁਪਏ ਦੇ ਮਿਲਣਗੇ ਜੇਕਰ ਕੱਲਾ ਪਰਚੇਜ਼ ਕਰਨਾ ਤੁਸੀਂ। ਦੈਨ ਜੇਕਰ ਤੁਸੀਂ ਇਹ ਦੋਨੇ ਪਰਚੇਜ਼ ਕਰਨੇ ਨੇ ਹੈ ਨਾ, ਤਾਂ ਤੁਸੀਂ 300 ਰੁਪਏ ਦੇ ਵਿੱਚ ਇਹ ਪਰਚੇਜ਼ ਕਰ ਸਕਦੇ ਹੋ। ਠੀਕ ਹੈ ਜੀ। ਧੰਨਵਾਦ ਜੀ। ਆਪਣਾ ਚੈਨਲ ਜ਼ਰੂਰ ਜੁਆਇਨ ਕਰੋ ਤੇ ਸ਼ੇਅਰ ਜ਼ਰੂਰ ਕਰਿਓ। ਬਹੁਤ ਜਲਦ ਆਪਾਂ ਤੁਹਾਡੇ ਲਈ ਉਹ 100 ਫ੍ਰੀ MCQ ਦੀ ਕਰੰਟ ਅਫੇਅਰ ਵਿਦ ਸਟੈਟਿਕ GK ਦੇ ਨਾਲ ਲਿੰਕ ਕਰਕੇ ਆਪਾਂ ਤੁਹਾਡੇ ਲਈ ਲੈ ਕੇ ਆਵਾਂਗੇ YouTube ਤੇ ਫ੍ਰੀ ਆਫ ਕਾਸਟ। ਧੰਨਵਾਦ ਜੀ।